ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਦੇ BA ਭਾਗ ਪਹਿਲਾ ਪੰਜਾਬੀ ਲਾਜ਼ਮੀ ਦੇ ਵਿਦਿਆਰਥੀਓ, ਤੁਹਾਡੇ ਪਾਠਕ੍ਰਮ ਵਿੱਚ ਸ਼ਾਮਲ ਕੀਤੀ ਗਈ ਪਾਠ ਪੁਸਤਕ ਸੂਰਜ ਮੰਦਰ ਦੀਆਂ ਪੌੜੀਆਂ, ਜਿਸ ਦੇ ਲੇਖਕ ਸੁਰਜੀਤ ਪਾਤਰ ਹਨ, ਦੇ ਅਗਲੇ ਕਾਂਡ ਦੀ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ। ਵਿਦਿਆਰਥੀਓ, ਜਿਵੇਂ ਤੁਹਾਨੂੰ ਪਤਾ ਹੀ ਹੈ, ਇਸ ਪਾਠ ਪੁਸਤਕ ਦੇ ਵਿੱਚ ਲੇਖਕ ਨੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਨਿਬੰਧ ਪੇਸ਼ ਕੀਤੇ ਹੈ, ਕਾਂਡ ਪੇਸ਼ ਕੀਤੇ ਹੈ। ਹਰ ਇੱਕ ਨਿਬੰਧ ਦਾ ਵਿਸ਼ਾ ਵੱਖਰਾ ਹੀ ਹੈ। ਇਹਨਾਂ ਨਿਬੰਧਾਂ ਦੇ ਵਿੱਚ ਬਹੁਤਾ ਪੰਜਾਬੀ ਲੇਖਕਾਂ ਦੀ ਗੱਲ ਕੀਤੀ ਗਈ ਹੈ ਔਰ ਪੰਜਾਬ ਦੇ ਪੰਜਾਬੀ ਸਾਹਿਤ ਨਾਲ ਸੰਬੰਧਿਤ ਵੱਖ-ਵੱਖ ਸ਼ਖਸੀਅਤਾਂ ਦੀ ਗੱਲ ਕੀਤੀ ਗਈ ਹੈ। ਜਿਵੇਂ ਪਹਿਲਾਂ ਪਿਛਲੇ ਕਾਂਡ ਦੇ ਵਿੱਚ ਆਪਾਂ ਦੇਖਿਆ ਸੀ, ਡਾਕਟਰ ਹਰਭਜਨ ਸਿੰਘ ਦੀ ਗੱਲ ਕੀਤੀ ਗਈ ਸੀ। ਇਸ ਕਾਂਡ ਦੇ ਵਿੱਚ SS ਮੀਸਾ ਦੀ ਗੱਲ ਕੀਤੀ ਗਈ ਹੈ, ਸੋਹਣ ਸਿੰਘ ਮੀਸਾ ਦੀ। ਵਿਦਿਆਰਥੀਓ, ਇਹਨਾਂ ਕਾਂਡਾਂ ਦੇ ਵਿੱਚ ਸੰਬੰਧਿਤ ਕਵੀ ਜਾਂ ਲੇਖਕ ਦੇ ਜੀਵਨ ਵੇਰਵੇ ਦੀਆਂ ਮਹੱਤਵਪੂਰਨ ਘਟਨਾਵਾਂ ਜਿਹੜੀਆਂ ਲੇਖਕ ਨੇ ਉਹਨਾਂ ਨਾਲ ਮਾਨੀਆਂ ਨੇ, ਉਹਨਾਂ ਨਾਲ ਗੁਜ਼ਾਰੇ ਪਲ, ਉਹਨਾਂ ਦਾ ਜ਼ਿਕਰ ਕੀਤਾ ਹੈ। ਸੋਹਣ ਸਿੰਘ ਮੀਸਾ ਪੰਜਾਬੀ ਸਾਹਿਤ ਦਾ ਬਹੁਤ ਹੀ ਨਾਮਵਰ ਸ਼ਾਇਰ ਹੋਇਆ ਹੈ। ਉਹਦੀਆਂ ਬਹੁਤ ਸਾਰੀਆਂ ਕਵਿਤਾਵਾਂ ਤੁਹਾਡੇ ਸਿਲੇਬਸ ਦੇ ਵਿੱਚ ਵੱਖ-ਵੱਖ ਰੂਪਾਂ ਦੇ ਵਿੱਚ ਲੱਗੀਆਂ ਹੋਈਆਂ ਹੈ। ਜਿਸ ਤਰ੍ਹਾਂ ਲੈਕਚਰ ਪੰਜਾਬੀ ਦੇ ਵਿੱਚ ਉਹਦੀ ਕਈ ਕਵਿਤਾਵਾਂ ਪਾਠਕ੍ਰਮ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ BA ਬਣਦੇ ਲੈਕਚਰ ਪੰਜਾਬੀ ਦੇ ਵਿੱਚ। ਇਸੇ ਤਰ੍ਹਾਂ ਹੋਰ ਕਲਾਸਾਂ ਦੇ ਵਿੱਚ ਵੀ ਸੋਹਣ ਸਿੰਘ ਮੀਸਾ ਦੀਆਂ ਕਵਿਤਾਵਾਂ ਤੁਸੀਂ ਪੜ੍ਹ ਚੁੱਕੇ ਹੋ ਜਾਂ ਅੱਗੇ ਆਉਣ ਵਾਲੇ ਸਾਲਾਂ ਦੇ ਵਿੱਚ ਪੜ੍ਹੋਗੇ। ਆਪਾਂ ਦੇਖਦੇ ਹਾਂ ਕਿ ਸੁਰਜੀਤ ਪਾਤਰ ਮੀਸੇ ਦੇ ਬਾਰੇ ਕਿਸ ਤਰ੍ਹਾਂ ਦੀ ਗੱਲ ਕਰਦਾ ਹੈ, ਕਿਸ ਤਰ੍ਹਾਂ ਦੇ ਜਿਹੜੇ ਪਲ ਉਹਨਾਂ ਨਾਲ ਗੁਜ਼ਾਰੇ ਹੈਗੇ ਆ, ਉਹਨਾਂ ਦੀ ਗੱਲ ਕਰਦਾ। ਮੀਸੇ ਨਾਲ ਆਖਰੀ ਮਿਲਣੀ, ਇਸ ਟਾਈਟਲ ਇਹਦਾ ਰੱਖਿਆ ਗਿਆ, ਇਹਦਾ ਸਿਰਲੇਖ ਰੱਖਿਆ ਗਿਆ ਇਸ ਕਾਂਡ ਦਾ। ਲੇਖਕ ਕਹਿੰਦਾ ਉਦੋਂ ਮੈਨੂੰ ਪਤਾ ਨਹੀਂ ਸੀ ਕਿ ਇਹ ਮੀਸੇ ਨਾਲ ਮੇਰੀ ਆਖਰੀ ਮਿਲਣੀ ਹੈ। ਜ਼ਿੰਦਗੀ ਦੇ ਬਹੁਤ ਸਾਰੇ ਮਹੱਤਵਪੂਰਨ ਦੋਸਤ ਹੁੰਦੇ ਆ, ਉਹ ਦੋਸਤਾਂ ਦਾ ਆਖਰੀ ਸਮਾਂ ਕਦੋਂ ਆ ਜੇ, ਕਿਸੇ ਦਾ ਵੀ ਕਦੋਂ ਆ ਜੇ, ਕੋਈ ਪਤਾ ਨਹੀਂ ਹੈਗਾ। ਤੇ ਇਸ ਲੇਖਕ ਦੇ ਨਾਲ, ਇਸ ਕਵੀ ਦੇ ਨਾਲ ਪਾਤਰ ਕਹਿੰਦਾ, ਮੈਂ ਸੋਚਿਆ ਨਹੀਂ ਸੀ ਕਦੇ ਵੀ ਇਹ ਆਖਰੀ ਮਿਲਣੀ ਹੋਊਗੀ ਉਹਦੇ ਨਾਲ ਸਾਡੀ। ਸਾਨੂੰ ਕਦੇ ਵੀ ਪਤਾ ਨਹੀਂ ਹੁੰਦਾ ਕਿਸ ਨਾਲ ਸਾਡੀ ਕਿਹੜੀ ਮਿਲਣੀ ਆਖਰੀ ਹੈ। ਜਲੰਧਰ ਦੇ ਬੱਸ ਸਟੈਂਡ ਤੋਂ ਰਿਕਸ਼ੇ ਤੇ TV ਸੈਂਟਰ ਵੱਲ ਜਾ ਰਿਹਾ ਸਾਂ। ਮੇਰੇ ਕੋਲ ਇੱਕ ਮਰੂਤੀ ਵੈਨ ਰੁਕੀ। ਬਾਰੀ ਚੋਂ ਮੀਸਾ ਮੁਸਕਰਾ ਰਿਹਾ ਸੀ। ਮਸ਼ਹੂਰ ਮੀਸੀਅਨ ਮੁਸਕਰਾਹਟ, ਖੁਸ਼ੀ ਤੇ ਸ਼ਰਾਰਤ ਭਰੀ ਦਿਲਕਸ਼। ਕਿੱਥੇ ਜਾ ਰਿਹਾ ਹੈ? ਰਿਕਸ਼ੇ ਵਾਲੇ ਨੂੰ ਪੈਸੇ ਦੇ ਦੇ, ਇੱਧਰ ਆ ਜਾ। ਵੈਨ 'ਚ ਬੈਠਦਿਆਂ ਹੀ ਕਹਿਣ ਲੱਗਾ, ਚੱਲ ਰੇਡੀਓ ਸਟੇਸ਼ਨ ਤੇ ਰਿਕਾਰਡਿੰਗ ਕਰਦੇ ਆਂ, ਪਰ ਪਹਿਲਾਂ ਘਰ ਚੱਲਦੇ ਆਂ। ਅਜੇ 10-11 ਹੀ ਵੱਜੇ ਨੇ। ਘਰ ਆ ਕੇ ਬੀਅਰ ਖੋਲ ਲਈ। ਮੈਂ ਮੀਸਾ ਤੋਂ 10-11 ਸਾਲ ਛੋਟਾ ਹਾਂ। ਮੈਂ ਇਸ ਤੋਂ ਹਮੇਸ਼ਾ ਇੱਕ ਸਤਿਕਾਰ ਵਾਲਾ ਫਾਸਲਾ ਰੱਖਿਆ ਸੀ। ਜਦ ਮੈਂ ਰਣਧੀਰ ਕਾਲਜ ਕਪੂਰਥਲਾ ਦੀ 11ਵੀਂ ਵਿੱਚ ਦਾਖਲ ਹੋਇਆ ਸਾਂ, ਉਦੋਂ ਮੀਸਾ ਸਠਿਆਲੇ ਕਾਲਜ ਵਿੱਚ ਲੈਕਚਰਰ ਹੁੰਦਾ ਸੀ। ਇਹ ਲੇਖਕ ਦੱਸ ਰਿਹਾ ਪੁਰਾਣੀਆਂ ਜਿਹੜੀਆਂ ਆਪਦੀਆਂ ਯਾਦਾਂ ਉਹਨਾਂ ਦੇ ਬਾਰੇ। ਉਦੋਂ ਮੀਸਾ ਸਠਿਆਲੇ ਕਾਲਜ ਵਿੱਚ ਲੈਕਚਰਰ ਹੁੰਦਾ ਸੀ। ਮੀਸੇ ਦੀ ਜ਼ਿੰਦਗੀ ਤੇ ਸ਼ਖਸੀਅਤ ਬਾਰੇ ਬਹੁਤ ਗੱਲਾਂ ਮੈਂ ਜਣਕ ਤੇ ਹੋਰ ਦੋਸਤਾਂ ਤੋਂ ਸੁਣੀਆਂ ਸੀ। ਜਣਕ ਉਹਦਾ ਇੱਕ ਦੋਸਤ ਸੀਗਾ, ਉਹ ਤੋਂ ਕਹਿੰਦਾ ਮੈਂ ਮੀਸੇ ਬਾਰੇ ਬਹੁਤ ਸਾਰੀਆਂ ਮੀਸੇ ਦੀਆਂ ਜ਼ਿੰਦਗੀ ਦੇ ਬਾਰੇ ਗੱਲਾਂ ਸੁਣੀਆਂ ਸੀਗੀਆਂ। ਮੀਸਾ ਹਮੇਸ਼ਾ ਮੈਨੂੰ ਬਹੁਤ ਮੋਹ ਕਰਦਾ ਸੀ। ਪਰ ਮੇਰੇ ਨਾਲ ਹਮੇਸ਼ਾ ਇਸ ਤਰ੍ਹਾਂ ਹੀ ਗੱਲਾਂ ਕਰਦਾ ਸੀ ਜਿਵੇਂ ਕੋਈ ਅਧਿਆਪਕ ਆਪਣੇ ਕਿਸੇ ਚਹੇਤੇ ਵਿਦਿਆਰਥੀ ਨਾਲ। 10 ਸਾਲਾਂ ਦਾ ਵਿਦਿਆਰਥੀ, ਉਹ ਫਰਕ ਸੀਗਾ। ਉਹ ਟੀਚਰ ਸੀਗਾ, ਕਿਸੇ ਟਾਈਮ ਉਹ ਸਟੂਡੈਂਟ ਸੀਗਾ। ਤੇ ਇਸ ਤਰ੍ਹਾਂ ਲੱਗਦਾ ਹੁੰਦਾ ਹੈ। ਇਹ ਇੱਕ ਫਾਸਲਾ ਹੁੰਦਾ ਨਾ, ਜਿਹੜਾ ਸਾਰੀ ਜ਼ਿੰਦਗੀ ਉਹ ਫਾਸਲਾ ਕਾਇਮ ਰਹਿੰਦਾ ਹੈ। ਪ੍ਰੋਫੈਸਰ ਅਧਿਆਪਕ ਹੁੰਦਾ ਹੈ। ਵਿਦਿਆਰਥੀ ਜੇਕਰ
ਪੜ੍ਹ ਲਿਖ ਕੇ ਉਦੋਂ ਉੱਚੇ ਉਹਦੇ ਤੇ ਪਹੁੰਚ ਜੇ, ਫਿਰ ਵੀ ਉਹ ਅਧਿਆਪਕ ਦੇ ਨਜ਼ਰ ਦੇ ਵਿੱਚ ਵਿਦਿਆਰਥੀ ਹੀ ਰਹਿੰਦਾ ਹੈ, ਜਿਵੇਂ ਮਾਪਿਆਂ ਦੀ ਨਜ਼ਰ ਦੇ ਵਿੱਚ ਬੱਚਾ ਹੀ ਰਹਿੰਦਾ ਹੈ। ਉਸ ਦੀਆਂ ਗੱਲਾਂ ਵਿੱਚ ਸੰਜਮ ਤੇ ਸੰਕੋਚ ਹੁੰਦਾ, ਪਰ ਅੱਜ ਮੀਸਾ ਉਧੜ ਰਿਹਾ ਸੀ। ਉਧੜ ਰਿਹਾ ਤੋਂ ਭਾਵ ਆਪਣੇ ਦਿਲ ਦੀਆਂ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਕਰ ਰਿਹਾ ਸੀ ਜਿਹੜੀਆਂ ਕਦੇ ਪਹਿਲਾਂ ਮੇਰੇ ਨਾਲ ਨਹੀਂ ਕੀਤੀਆਂ ਸੀ। ਉਧੜਨਾ ਹੁੰਦਾ ਆਪਣੀ ਮਨ ਦੀ ਅਵਸਥਾ ਨੂੰ ਪ੍ਰਗਟ ਕਰਦੇ ਨੇ। ਮੀਸਾ ਬਹੁਤ ਬਦਲ ਗਿਆ ਸੀ। ਇੱਕ ਵਾਰ ਬਹੁਤ ਸਾਲ ਪਹਿਲਾਂ ਸ਼ਿਵ, ਮੀਸ਼ਾ, ਮੈਂ ਤੇ ਕੁਝ ਹੋਰ ਸ਼ਹਿਰ ਕਾਰ ਵਿੱਚ ਕਪੂਰਥਲਾ ਤੋਂ ਸੁਲਤਾਨਪੁਰ ਜਾ ਰਹੇ ਸਾਂ। ਮੀਸਾ ਕਾਰ ਦੀ ਬਾਰੀ ਚੋਂ ਬਾਹਰ ਦੇਖ ਰਿਹਾ ਸੀ। ਸ਼ਿਵ ਨੇ ਪੁੱਛਿਆ, ਕੀ ਦੇਖ ਰਿਹਾ ਹੈ? ਮੀਸ਼ਾ ਕਹਿਣ ਲੱਗਾ, ਦੇਖ ਰਿਹਾ ਸੂਰਜ ਚੰਗੀ ਤਰ੍ਹਾਂ ਡੁੱਬਿਆ ਕਿ ਨਹੀਂ। ਮੈਂ ਸੂਰਜ ਖੜੇ ਕਦੇ ਨਹੀਂ ਪੀਂਦਾ। ਪਰ ਹੁਣ ਮੀਸੇ ਨੂੰ ਸੂਰਜ ਦੀ ਪਰਵਾਹ ਨਹੀਂ ਸੀ। ਉਸ ਨੂੰ ਹੁਣ ਬਹੁਤ ਕੁਝ ਦੀ ਪਰਵਾਹ ਨਹੀਂ ਸੀ ਰਹੀ। ਸੋ ਵਿਦਿਆਰਥੀਓ, ਜ਼ਿੰਦਗੀ ਦੇ ਜਿਹੜੇ ਰੰਗ ਆ ਬਦਲਦਿਆਂ ਦਾ ਪਤਾ ਨਹੀਂ ਲੱਗਦਾ, ਔਰ ਕਈ ਵਾਰੀ ਜ਼ਿੰਦਗੀ ਦੇ ਜਦੋਂ ਰੰਗ ਬਦਲਦੇ ਉਸ ਤੋਂ ਬਾਅਦ ਬੰਦੇ ਦੇ ਜਿਹੜੇ ਨਿਯਮ ਹੈ ਉਹ ਵੀ ਇਸ ਤਰ੍ਹਾਂ ਨਾਲ ਹੌਲੀ ਹੌਲੀ ਟੁੱਟ ਜਾਂਦੇ ਹੈ। ਕੋਈ ਕਹਿੰਦਾ ਇਹ ਮੀਸੇ ਦੀ ਫਸਟ ਸਟੇਸ਼ਨ ਹੈ। ਕਿਸੇ ਦੇ ਯਾਰ ਜਮਾਤੀ ਵੱਡੇ ਵੱਡੇ ਅਹੁਦਿਆਂ ਤੇ ਪਹੁੰਚ ਗਏ। ਕਹਿੰਦੇ ਵੀ ਇਸਦੇ ਜਿਹੜੇ ਯਾਰ ਜਮਾਤੀ ਸੀਗੇ, ਕਿਸੇ ਦੇ ਨਹੀਂ, ਇਸਦੇ ਜਿਹੜੇ ਯਾਰ ਜਮਾਤੀ ਸੀਗੇ ਤੇ ਫਰੈਂਡ ਸੀਗੇ, ਇਹਦਾ ਫਰੈਂਡ ਸਰਕਲ ਸੀਗਾ, ਉਹ ਵੱਡੇ ਅਹੁਦਿਆਂ ਤੇ ਪਹੁੰਚ ਗਏ ਤੇ ਮੀਸਾ ਇੱਕ ਛੋਟਾ ਜਿਹਾ ਅਫਸਰ ਰੇਡੀਓ ਸਟੇਸ਼ਨ ਦੇ ਉੱਪਰ ਲੱਗਿਆ ਹੋਇਆ ਸੀ। ਇਹ ਬਹੁਤ ਸਾਲਾਂ ਤੋਂ ਰੇਡੀਓ ਤੇ ਪ੍ਰੋਡਿਊਸਰ ਸੀ। ਕੋਈ ਕਹਿੰਦਾ ਮੀਸਾ ਕਵਿਤਾ ਨਾਲੋਂ ਟੁੱਟ ਗਿਆ। ਕੋਈ ਕਹਿੰਦਾ ਕੋਈ ਕਵਿਤਾ ਹੈ ਜੋ ਉਸ ਤੋਂ ਲਿਖੀ ਨਹੀਂ ਜਾ ਰਹੀ। ਜਦੋਂ ਕਵਿਤਾ ਦੇ ਸਰੋਤ ਸੁੱਕ ਗਏ ਮਹਿਸੂਸ ਹੋਣ ਤਾਂ ਕਵੀ ਨੂੰ ਬਹੁਤ ਉਦਾਸੀ ਹੁੰਦੀ ਹੈ। ਕੋਈ ਕਹਿੰਦਾ ਇਹ 84 ਦੇ ਦੰਗਿਆਂ ਦਾ ਅਸਰ ਹੈ। ਵਿਦਿਆਰਥੀਓ, 1984 ਦਾ ਜਿਹੜਾ ਸਾਲ ਸੀ ਪੰਜਾਬ ਦੇ ਉੱਪਰ ਬਹੁਤ ਭਾਰਾ ਸਾਲ ਸੀ। ਉਸ ਸਮੇਂ ਬਹੁਤ ਟੁੱਟ ਭੱਜ ਹੋਈ ਸੀ ਪੰਜਾਬ ਦੇ ਵਿੱਚ, ਔਰ ਪੰਜਾਬ ਤੋਂ ਬਾਹਰ ਵੀ ਬਹੁਤ ਸਾਰੇ ਪੰਜਾਬੀ ਮਾਰੇ ਗਏ ਸੀ ਦੰਗਿਆਂ ਦੇ ਵਿੱਚ। ਇਹ ਇੱਕ ਵੱਖਰਾ ਵਿਸ਼ਾ ਹੈ, ਕਦੇ ਗੱਲ ਚੱਲੀ ਆਪਾਂ ਉਹਦੇ ਤੇ ਵਿਸਥਾਰ ਨਾਲ ਚਰਚਾ ਕਰਾਂਗੇ। ਕਹਿੰਦੇ ਵੀ ਕੋਈ ਕਹਿੰਦਾ ਸੀ ਇਹ 84 ਦੇ ਦੰਗਿਆਂ ਦਾ ਅਸਰ ਹੈ। ਕੋਈ ਕਹਿੰਦਾ ਮੀਸੇ ਕੋਲ ਬਹੁਤ ਪੈਸੇ ਆ ਗਏ ਨੇ, ਪਤਾ ਨਹੀਂ ਕਿੱਥੋਂ, ਪਤਾ ਨਹੀਂ ਇਹਨਾਂ ਵਿੱਚੋਂ ਕੀ ਕੀ ਹੋਇਆ ਸੀ। ਪਰ ਇੱਕ ਗੱਲ ਪੱਕੀ ਸੀ ਕਿ ਮੀਸਾ ਬਹੁਤ ਬਦਲ ਗਿਆ ਸੀ। ਮੇਰੇ ਬਿਨਾਂ ਪੁੱਛੇ ਆਪਣੇ ਭੇਤਾਂ ਦਾ ਸੰਦੂਕ ਖੋਲ ਕੇ ਖਿਲਾਰੀ ਜਾ ਰਿਹਾ ਸੀ। ਲੱਗਦਾ ਸੀ ਉਹ ਆਪਣੇ ਰਿਸ਼ਤਿਆਂ ਦੀਆਂ ਟਰਾਫੀਆਂ ਦਿਖਾ ਰਿਹਾ ਹੈ, ਜਾਂ ਸ਼ਾਇਦ ਕੁਝ ਟੋਲ ਰਿਹਾ ਹੈ ਜੋ ਲੱਭ ਨਹੀਂ ਰਿਹਾ। ਮੀਸਾ ਨਵੀਂ ਪੰਜਾਬੀ ਕਵਿਤਾ ਦੇ ਸਰਵਸ਼੍ਰੇਸ਼ਠ ਕਵੀਆਂ ਚੋਂ ਹੈ। ਨਿੱਗਰ ਧਰਤੀ ਨੂੰ ਖਹਿ ਕੇ ਲੰਘਦੇ ਅੰਦਾਜ਼ ਵਾਲਾ, ਪਿੰਡ ਦੀਆਂ ਕੱਚੀਆਂ ਕੰਧਾਂ ਦੀ ਟੈਕਸਚਰ ਵਾਲਾ, ਸਹੀ ਸ਼ਬਦਾਂ ਨੂੰ ਸਹੀ ਥਾਂ ਬੀੜਨ ਵਾਲਾ, ਜੜ੍ਹਾਂ ਵਾਲੀ ਸੰਵੇਦਨਾ ਦੀ ਧਾਰਨੀ, ਸੰਤੁਲਿਤ ਕਾਲਜੇ ਚੋਂ ਲੰਘਦੀ ਲੀਕ ਜਿਹਾ, ਨਿਮਣ ਕਥਨੀ ਦੇ ਹਾਮੀ ਕੁਲਵੰਤ ਸਿੰਘ ਵਿਰਕ ਦੇ ਮੂੰਹੋਂ ਮੈਂ ਮੀਸੇ ਤੋਂ ਬਿਨਾਂ ਕਿਸੇ ਹੋਰ ਸਮਕਾਲੀ ਕਵੀ ਦੀ ਸਿਫਤ ਨਹੀਂ ਸੁਣੀ। ਲੇਖਕ ਕਹਿੰਦਾ ਹੈ, ਕੁਲਵੰਤ ਵਿਰਕ ਇੱਕ ਨਾਮਵਰ ਕਹਾਣੀਕਾਰ ਹੋਇਆ ਪੰਜਾਬੀ ਦਾ। ਕਹਿੰਦਾ ਉਹ ਛੇਤੀ ਕੀਤੇ ਕਿਸੇ ਦੀ ਸਿਫਤ ਨਹੀਂ ਕਰਦਾ, ਪਰ ਮੈਂ ਕਹਿੰਦਾ ਉਹਦੇ ਕੋਲੋਂ ਮੀਸੇ ਦੀਆਂ ਸਿਫਤਾਂ ਸੁਣੀਆਂ, ਉਹਦੀ ਕਵਿਤਾ ਦੀ ਸਿਫਤ ਸੁਣੀ। ਪਹਿਲੀ ਵਾਰ ਮੈਂ ਮੀਸੇ ਨੂੰ ਉਦੋਂ ਦੇਖਿਆ ਸੀ ਜਦੋਂ ਉਹ ਇੱਕ ਕਾਵਿ ਪ੍ਰਤੀਯੋਗਤਾ ਵਿੱਚ ਜੱਜ ਬਣ ਕੇ ਰਣਧੀਰ ਕਾਲਜ ਕਪੂਰਥਲਾ ਵਿੱਚ ਆਇਆ ਸੀ। ਮੈਂ ਤੇ ਮੇਰਾ ਦੋਸਤ ਅਜੈਬ ਉਸਦੀ ਕਵਿਤਾ ਦੇ ਬਹੁਤ ਪ੍ਰਸ਼ੰਸਕ ਸਨ। ਸਾਨੂੰ ਉਸਦੀ ਸੰਵੇਦਨਾ ਨਾਲ ਸਾਂਝ ਮਹਿਸੂਸ ਹੁੰਦੀ ਸੀ। ਉਹ ਸੱਚੀ ਨਿਰਾਸ਼ਾ, ਕੌੜੇ ਸੱਚਾਂ ਤੇ ਜ਼ਿੰਦਗੀ ਦੀਆਂ ਨਿੱਕੀਆਂ ਨਿੱਕੀਆਂ ਅਣਗੌਲੀਆਂ ਭਾਵਨਾਵਾਂ ਦਾ ਕਵੀ ਸੀ। ਉਸ ਦੀਆਂ ਪਿਆਰ ਕਵਿਤਾਵਾਂ ਵੀ ਰੋਮਾਂਟਿਕ ਨਹੀਂ ਸਨ। ਉਹਦੀ ਇੱਕ ਉਦਾਹਰਨ ਦਿੰਦਾ ਹੈ ਕਵੀ, ਛੱਡ ਪਰੇ ਇਹ ਥੋਥੀਆਂ ਗੱਲਾਂ, ਆ ਮੇਰੀ ਹਿੱਕ ਤੇ ਸਿਰ ਧਰ ਕੇ, ਪੈ ਜਾ ਚੁੱਪ-ਚਾਪ 2 ਘੜੀਆਂ। ਅੱਜ ਦੀ ਰਾਤ ਮਿਲੀਏ ਮਰ ਕੇ, ਨਾ ਬੰਨ ਉਮਰ ਦੇ ਲੰਮੇ ਦਾਈਏ, ਇਹ ਦਿਲ ਕਹਿਣੇ ਕਾਰ ਨਹੀਂ ਰਹਿੰਦਾ। ਇਹ ਕਹਿੰਦਾ ਕਿਸੇ ਦੇ ਕਹਿਣ ਦੇ ਵਿੱਚ ਨਹੀਂ ਹੁੰਦਾ, ਦਿਲ
ਲੰਮੇ ਉਮਰ ਦੇ ਦਾਈਏ ਬੰਨਣੇ ਨਹੀਂ ਚਾਹੀਦੇ, ਜਿਹੜੇ ਪਲ ਮਿਲੇ ਆ ਉਹਨਾਂ ਨੂੰ ਜਿਉਂ ਲਾ। ਕਾਲਜ ਦੀ ਪ੍ਰਤੀਯੋਗਤਾ ਦੌਰਾਨ ਮੀਸਾ ਮੇਰਾ ਵਾਕਿਫ ਬਣ ਗਿਆ ਸੀ। ਕਦੀ ਕਦੀ ਕਪੂਰਥਲੇ ਸ਼ਹਿਰ ਦੀਆਂ ਸੜਕਾਂ ਉੱਤੇ ਗੋਗਲਜ਼ ਲਾ ਕੇ ਆਪਣੇ ਮੋਟਰਸਾਈਕਲ ਉੱਤੇ ਘੁੰਮਦਾ ਮਿਲ ਜਾਂਦਾ ਸੀ। ਇੱਕ ਦਿਨ ਮੈਂ ਸਾਈਕਲ ਤੇ ਜਲੰਧਰ ਕਾਫੀ ਹਾਊਸ ਦੀਆਂ ਪੌੜੀਆਂ ਲਾਗੇ ਪਹੁੰਚ ਗਿਆ। ਸਬੱਬੀ ਮੀਸਾ ਮਿਲ ਗਿਆ। ਉਹ ਮੈਨੂੰ ਕਾਫੀ ਹਾਊਸ ਲੈ ਗਿਆ। ਇੱਕ ਕੋਨੇ ਵਾਲੇ ਮੇਜ਼ ਤੇ ਬੈਠ ਕੇ ਮੇਰੇ ਕੋਲੋਂ ਕਵਿਤਾਵਾਂ ਸੁਣਦਾ ਰਿਹਾ। ਫਿਰ ਕਹਿਣ ਲੱਗਾ, ਕੀ ਪੜ੍ਹਦਾ ਹੁੰਨਾ? ਮੈਂ ਕਿਹਾ, ਰਸਾਲੇ। ਉਸਨੇ ਕਿਹਾ, ਕਿਤਾਬਾਂ ਵੀ ਪੜ੍ਹਿਆ ਕਰ। ਤੂੰ ਇਹ 4 ਕਿਤਾਬਾਂ ਜ਼ਰੂਰ ਪੜ੍ਹੀ, ਹੀਰ ਵਾਰਸ, ਸ਼ਾਹ ਮੁਹੰਮਦ ਦਾ ਜੰਗਨਾਮਾ, ਹਾਸ਼ਮ ਦੇ ਦੋਹੇ ਤੇ ਤੁਲਸੀ ਦੀ ਰਮਾਇਣ। ਤੇ ਦੇਖ, 3-4 ਸਾਲ ਕਾਫੀ ਹੌਸਲਾ ਆਈ। ਖੂਬ ਪੜ੍ਹਾਈ ਕਰ, ਵਧੀਆ ਸਾਹਿਤ ਪੜ੍ਹ ਕੇ ਕਵਿਤਾਵਾਂ ਲਿਖੀ। ਇੱਥੇ ਕਾਫੀ ਹਾਊਸ ਵਿੱਚ ਤੈਨੂੰ ਕੁਝ ਨਹੀਂ ਮਿਲਣਾ। ਇੱਥੇ ਕੁੱਕੜ ਖੋਹੀ ਹੁੰਦੀ ਹੈ ਤੇ ਨਵੇਂ ਕਵੀ ਝਟਪਟ ਖਲੀਫੇ ਬਣ ਜਾਂਦੇ ਨੇ। ਮੈਂ ਮੀਸੇ ਦੀ ਗੱਲ ਮੰਨ ਲਈ। ਮੁੜ ਕੇ ਕਾਫੀ ਹਾਊਸ ਨਾ ਗਿਆ। ਕੁਝ ਸਾਲਾਂ ਵਿੱਚ ਕਾਫੀ ਹਾਊਸ ਵੀ ਬੰਦ ਹੋ ਗਿਆ। ਕਾਫੀ ਹਾਊਸ ਜਿਹੜਾ ਬਣਿਆ ਹੋਇਆ ਸੀ ਉਹ ਵੀ ਕਹਿੰਦਾ ਬੰਦ ਹੋ ਗਿਆ। ਮੀਸੇ ਦੀ ਕਵਿਤਾ ਦਾ ਜਾਦੂ ਉਸ ਦੀ ਤਰਾਸ਼ੀ ਹੋਈ ਬੋਲੀ ਤੇ ਅਨੁਭਵ ਦੇ ਸੁਹਿਰਦ ਪ੍ਰਗਟਾਵੇ ਵਿੱਚ ਸੀ। ਉਹ ਸੁਪਨਿਆਂ ਤੇ ਰੀਝਾਂ ਨੂੰ ਅਸਲੀਅਤਾਂ ਦੀ ਪੱਠੀ ਚਾੜ ਕੇ ਕਵਿਤਾ ਕਸੀਦ ਕਰਦਾ ਸੀ। ਸੁਣਾਉਣ ਵੇਲੇ ਇੱਕ ਇੱਕ ਸ਼ਬਦ ਨੂੰ ਟਣਕਾਉਂਦਾ ਸੀ। ਉਸ ਦੀ ਕਵਿਤਾ ਵਿੱਚ ਅਰਧ ਚੇਤਨਾ ਮਨ ਦੀਆਂ ਆਪ ਮੁਹਾਰਾ ਵੇਗ ਨਹੀਂ ਸੀ। ਉਹ ਸ਼ਿਲਪ, ਸੰਚਾਰ, ਅਨੁਭਵ ਤੇ ਵਿਚਾਰਧਾਰਾ ਤੋਂ ਸੁਚੇਤ ਸੀ। ਉਹ ਸਿਰਫ ਅਹਿਸਾਸ ਨੂੰ ਪ੍ਰਗਟ ਹੀ ਨਹੀਂ ਕਰਦਾ ਸੀ, ਉਹਨਾਂ ਨੂੰ ਤੋਲਦਾ, ਮਿਣਦਾ ਤੇ ਉਹਨਾਂ ਦਾ ਮੁਲੰਕਣ ਵੀ ਕਰਦਾ ਸੀ। ਮੁਲੰਕਣ ਹੁੰਦਾ ਹੈ ਉਹਦਾ ਐਨਾਲਿਸਿਸ ਕਰਨਾ, ਉਹਨੂੰ ਚੰਗੀ ਤਰ੍ਹਾਂ ਦੇ ਨਾਲ ਸਮਝ ਲੈਣਾ, ਉਹਦਾ ਜੋੜ ਘਟਾਓ ਕਰ ਲੈਣਾ, ਉਹਦਾ ਚੰਗਾ ਮਾੜਾ ਪਰਖ ਲੈਣਾ। ਉਹ ਕਾਵਿਕ ਕਵਿਤਾ ਤੋਂ ਪਰਹੇਜ਼ ਕਰਦਾ ਸੀ। ਉਹ ਕਹਿੰਦਾ ਸੀ, ਅਲੰਕਾਰ ਤਾਂ ਅਣਸਰਦੀ ਦਾ ਤਰਲਾ ਹਨ, ਪਰ ਜਿੱਥੇ ਕਿਤੇ ਮੀਸੇ ਨੇ ਅਲੰਕਾਰਾਂ ਦੀ ਵਰਤੋਂ ਕੀਤੀ ਉਹ ਬਹੁਤ ਖੂਬਸੂਰਤ ਹੈ। ਇੱਕ ਕਵਿਤਾ ਵਿੱਚ ਉਹ ਖੋਖਲੇ ਹਾਸੇ ਨੂੰ ਫੇਰ ਦੇ ਖੂਹ ਵਿੱਚੋਂ ਉੱਡੇ ਕਬੂਤਰਾਂ ਦੇ ਖੰਭਾਂ ਦੀ ਫੜਫੜਾਹਟ ਨਾਲ ਤੁਲਨਾ ਕਰ ਦਿੰਦਾ ਹੈ। ਆਪਣੇ ਓੜਕੀ ਵਿਸ਼ਲੇਸ਼ਣ ਵਿੱਚ ਮੀਸੇ ਦੀ ਕਵਿਤਾ ਵਿੱਚ ਇੱਕ ਉਦਾਸੀ, ਇਕੱਲਤਾ, ਦਿਸ਼ਾਹੀਨਤਾ ਤੇ ਮੰਜ਼ਿਲ ਵਿਹੂਣਤਾ ਦਾ ਅਹਿਸਾਸ ਸੀ। ਇਹ ਮੀਸੇ ਦੀ ਕਵਿਤਾ ਦਾ ਥੀਮ ਕਹਿ ਸਕਦੇ ਹਾਂ ਅਸੀਂ। ਸੁਰਜੀਤ ਪਾਤਰ ਦੀਆਂ ਨਜ਼ਰਾਂ ਦੇ ਵਿੱਚ ਜਿਹੜਾ ਉਹਨੇ ਸਮੁੱਚੀ ਕਵਿਤਾ ਦਾ ਐਨਾਲਿਸਿਸ ਕਰਕੇ ਕੱਢਿਆ। ਉਸ ਨੂੰ ਜ਼ਿੰਦਗੀ ਨਿੱਕੀਆਂ ਨਿੱਕੀਆਂ ਖੁਦਗਰਜ਼ੀਆਂ, ਗੁੰਝਲਾਂ ਤੇ ਪੇਤਲੇ ਰਿਸ਼ਤਿਆਂ ਦਾ ਸਿਲਸਿਲਾ ਜਾਪਦੀ ਹੈ। ਇੱਕ ਪੜਾਅ ਤੋਂ ਬਾਅਦ ਕਵੀ ਕਿਸੇ ਵੱਡੇ ਅਰਥ, ਆਸਥਾ, ਸੁੰਦਰਤਾ, ਆਸਥਾ ਹੁੰਦਾ ਵਿਦਿਆਰਥੀ ਵਿਸ਼ਵਾਸ, ਰਹੱਸ ਜਾਂ ਨੈਤਿਕਤਾ ਤੋਂ ਬਿਨਾਂ ਅੱਗੇ ਨਹੀਂ ਚੱਲ ਸਕਦਾ। ਉਹ ਖਾਲੀ ਤੇ ਨਿਰਾਰਥਕ ਮਹਿਸੂਸ ਕਰਨ ਲੱਗ ਪੈਂਦਾ ਹੈ। ਉਸ ਤੋਂ ਅੱਗੇ ਤੁਰਨ ਲਈ ਸਿਰਫ ਅਹਿਸਾਸ ਕਾਫੀ ਨਹੀਂ ਹੁੰਦੇ। ਕੁਝ ਰੱਬ, ਇਸ਼ਕ ਤੇ ਧਰਮ ਦੇ ਚਾਨਣ ਹੋਣ ਵਰਗਾ ਚਾਹੀਦਾ ਹੈ। ਉਸ ਤੋਂ ਅੱਗੇ ਸੂਫੀ ਦੀਆਂ ਮੰਜ਼ਲਾਂ ਵਾਂਗ ਸ਼ਹਿਰ ਦੇ ਰਾਹ ਵਿੱਚ ਵੀ ਹਨੇਰਿਆਂ ਤੇ ਉਦਾਸੀਆਂ ਦੇ ਬੋਲ ਆਉਂਦੇ ਹਨ ਤੇ ਸਦੀਵੀ ਆਸ ਦੇ ਤੀਰਥ ਵੀ। ਕਈ ਵਾਰੀ ਕਵਿਤਾ ਲਿਖਣਾ ਹੀ ਕਵੀ ਲਈ ਇਹ ਸਭ ਕੁਝ ਹੋ ਜਾਂਦਾ ਹੈ। ਕਵਿਤਾ ਹੀ ਉਸ ਦੀ ਦਰਗਾਹ, ਇਬਾਦਤ ਗਾਹ, ਸਫਾਖਾਨਾ, ਕਟਹਿਰਾ, ਤੀਰਥ ਹੋ ਜਾਂਦੀ ਹੈ। ਮੀਸੇ ਨੇ ਵਾਕਿਫ ਪਰਾਉਣੀ, ਉਹਦੀਆਂ ਕਵਿਤਾਵਾਂ ਦੇ ਨਾਮ ਵਿਦਿਆਰਥੀਓ, ਮੀਸੇ ਨੇ ਵਾਕਿਫ ਪਰਾਉਣੀ, ਚਿੱਬ, ਚੀਕ ਬੁਲਬੁਲੀ, ਜਾਣਦੇ, ਪਿਆਰ ਦੇ ਪੱਤਰ, ਚੁਰਸਤਾ, ਦੁਸ਼ਮਣੀ ਦੀ ਦਾਸਤਾਨ ਵਰਗੀਆਂ ਅਨੇਕਾਂ ਖੂਬਸੂਰਤ ਕਵਿਤਾਵਾਂ ਲਿਖੀਆਂ। ਪਰ ਉਸ ਦਿਨ
ਉਹ ਕਿਸੇ ਐਥਲੀਟ ਵਾਂਗ ਪੇਤਲੇ ਰਿਸ਼ਤਿਆਂ ਦੀ ਦੌੜ ਵਿੱਚ ਜਿੱਤੀਆਂ ਟਰਾਫੀਆਂ ਦਿਖਾ ਰਿਹਾ ਸੀ। ਜਿਸ ਦਿਨ ਕਹਿੰਦਾ ਮੈਂ ਉਹਨੂੰ ਮਿਲਿਆ ਸੀ। ਪੁਰਾਣੀ ਕਵਿਤਾ ਜਾਂ ਚੀਕ ਬੁਲਬੁਲੀ ਬੜੀ ਮਸ਼ਹੂਰ ਕਵਿਤਾ ਸੀ ਉਹਦੀ, ਪੜ੍ਹੀ ਹੋਊ ਸ਼ਾਇਦ ਤੁਸੀਂ। ਇਹਦੇ ਬਾਰੇ ਵੀ ਆਪਾਂ ਕਿਤੇ ਗੱਲ ਕਰਾਂਗੇ। ਮੈਂ ਉਦਾਸ ਹੋ ਗਿਆ ਕਵੀ ਦੀਆਂ ਗੱਲਾਂ ਸੁਣ ਕੇ, ਮਿੱਸੇ ਦੀਆਂ। ਕਹਿੰਦਾ ਮੈਂ ਵੀ ਉਦਾਸੀ ਛਾ ਗਈ ਮੇਰੇ ਤੇ ਵੀ। ਮੈਂ ਉਦਾਸ ਹੋ ਗਿਆ, ਡੂੰਗੀ ਸ਼ਾਮ ਪਈ, ਲੁਧਿਆਣੇ ਮੁੜਿਆ, ਮਿੱਸੇ ਨਾਲ ਫਰੀਦਕੋਟ ਹੋਣ ਵਾਲੇ ਕਵੀ ਦਰਬਾਰ ਵਿੱਚ ਮਿਲਣ ਦਾ ਵਾਅਦਾ ਕਰਕੇ। ਫਰੀਦਕੋਟ ਮੇਲੇ ਤੇ ਅਸੀਂ ਮਿੱਸੇ ਨੂੰ ਬਹੁਤ ਉਡੀਕਿਆ। ਪੂਰਨ ਚੰਦ ਵਡਾਲੀ ਤੇ ਪਿਆਰੇ ਲਾਲ ਕਵਾਲੀ ਗਾ ਰਹੇ ਸਨ। ਮੱਝੀ ਆਈਆਂ ਮੇਰਾ ਮਾਹੀ ਨਾ ਆਇਆ, ਮੱਝੀ ਆਈਆਂ ਮੇਰਾ ਮਾਹੀ ਨਾ ਆਇਆ, ਰਾਂਝੇ ਨਹੀਂ ਸੀ ਰਹਿਣਾ ਬੇਲੇ ਖੈਰ ਹੋ ਗਈ। ਇੱਕ ਕਵਾਲੀ ਦੇ ਕਹਿੰਦਾ ਬੋਲ ਚੱਲ ਰਹੇ ਸੀ, ਮੱਝੀ ਆਈਆਂ ਮੇਰਾ ਮਾਹੀ ਨਾ ਆਇਆ, ਮੱਝਾਂ ਵਾਪਸ ਆ ਗਈਆਂ ਤੇ ਮੇਰਾ ਜਿਹੜਾ ਮਾਹੀ ਸੀਗਾ, ਹੀਰ ਕਹਿ ਰਹੀ ਹੈ, ਰਾਂਝਣ ਸੀਗਾ, ਉਹ ਵਾਪਸ ਨਹੀਂ ਆਇਆ, ਚਰਵਾਹਾ ਵਾਪਸ ਨਹੀਂ ਆਇਆ, ਮੱਝਾਂ ਦਾ ਪਾਲੀ ਵਾਪਸ ਨਹੀਂ ਆਇਆ। ਰਾਂਝੇ ਨਹੀਂ ਸੀ ਰਹਿਣਾ ਬੇਲੇ ਖੈਰ ਹੋ ਗਈ। ਰਾਂਝਾ ਤਾਂ ਕਹਿੰਦੀ ਰਹਿਣ ਵਾਲਾ ਨਹੀਂ ਸੀ ਬੇਲੇ, ਜੰਗਲ ਦੇ ਵਿੱਚ ਮੱਝਾਂ ਚਰਾਉਣ ਗਿਆ ਸੀ, ਖੈਰ ਹੋ ਗਿਆ। ਅੱਜ ਕੀ ਗੱਲ ਹੈ, ਕਿਉਂ ਨਹੀਂ ਆਇਆ? ਇਹੀ ਗੱਲ ਕਹਿੰਦਾ ਮੈਨੂੰ ਲੱਗਦਾ ਸੀ ਮਿੱਸੇ ਤੇ ਢੁਕਦੀ ਸੀ। ਅਸੀਂ ਹੱਸਦੇ ਰਹੇ, ਮਿੱਸਾ ਨਹੀਂ ਸੀ ਰਹਿਣਾ ਬੇਲੇ ਖੈਰ ਹੋਵੇ। ਕੁਝ ਚਿਰ ਬਾਅਦ ਕਿਸੇ ਖਬਰ ਦਿੱਤੀ, ਬੇਲੇ ਖੈਰ ਨਹੀਂ। ਸਾਨੂੰ ਕਿਸੇ ਨੂੰ ਯਕੀਨ ਨਾ ਆਇਆ, ਮਿੱਸੇ ਜਿਹਾ ਫਰਤੀਲਾ, ਸੁਚੇਤ, ਸੁਬਕ ਸਿਲਪੀ ਕਿਵੇਂ ਤਿਲਕ ਸਕਦਾ ਹੈ ਕਾਂਜਲੀ ਵਿੱਚ। ਵਿਦਿਆਰਥੀਓ, ਕਾਂਜਲੀ ਝੀਲ ਦੇ ਵਿੱਚ, ਕਾਂਜਲੀ ਜਿਹੜੀ ਝੀਲ ਸੀ ਉਹਦੇ ਵਿੱਚ ਉਹ ਤਿਲਕ ਗਿਆ ਸੀ, ਉਹਦੀ ਡੈਥ ਹੋ ਗਈ ਸੀ। ਸਿਲਪੀ ਕਿਵੇਂ ਤਿਲਕ ਸਕਦਾ ਹੈ ਕਾਂਜਲੀ ਝੀਲ ਵਿੱਚ, ਕਿਵੇਂ ਮਰ ਸਕਦਾ ਹੈ ਇਹ ਇੰਨਾ ਪਿਆਰਾ ਤੇ ਸਾਰਥਕ ਕਵੀ। ਇੰਨੀ ਨਿਰਾਰਥਕ ਮੌਤ। ਇੱਕ ਦਿਨ ਉਸਦੀ ਮੌਤ ਬਾਰੇ ਸੋਚਦਿਆਂ ਇਉਂ ਲੱਗਿਆ ਸੀ, ਕੀ ਲੱਗਿਆ ਸੀ, ਹੋ ਗਿਆ ਸੀ ਉਹ ਉਸ ਦਿਨ ਬਹੁਤ ਹੀ ਉਦਾਸ। ਉਸ ਉਦਾਸੀ ਦਾ ਕੋਈ ਕਿਨਾਰਾ ਨਾ ਸੀ, ਨਾ ਖੁਦਾ ਸੀ, ਨਾ ਰਹਿਬਰ, ਨਾ ਮਹਿਬੂਬ ਸੀ। ਉਸਨੂੰ ਕੋਈ ਕਿਸੇ ਦਾ ਸਹਾਰਾ ਨਾ ਸੀ। ਇਹ ਮਿੱਸੇ ਦੇ ਉੱਪਰ ਲਿਖੀ ਕਵਿਤਾ। ਉਸਨੂੰ ਡੁੱਬਣ ਲਈ ਕਾਂਜਲੀ ਨਹੀਂ, ਕੋਈ ਗਹਿਰੀ ਕਵਿਤਾ ਚਾਹੀਦੀ ਸੀ, ਕੋਈ ਗਹਿਰੀ ਮੁਹੱਬਤ, ਕੋਈ ਹੁਨਰੀ ਵੰਗਾਰ, ਕੋਈ ਮਹਾਨ ਅਸੰਭਵ ਸੁਪਨਾ। ਮਿੱਸੇ ਦੀ ਮੁਸਕਰਾਹਟ ਕੋਲ ਉਸ ਦੀਆਂ ਸਡੌਲ ਕਵਿਤਾਵਾਂ, ਉਸਦੇ ਕਵਿਤਾਵਾਂ ਪੜ੍ਹਨ ਦੇ ਅੰਦਾਜ਼ ਕੋਲ ਰੱਖਿਆ ਮੌਤ ਸ਼ਬਦ ਮਰ ਜਾਂਦਾ ਹੈ। ਪਰ ਕਿਸੇ ਵੇਲੇ ਇਹ ਸੋਚ ਕੇ ਹਾਂ ਆਉਂਦੀ ਹੈ ਕਿ ਉਹ ਕਵਿਤਾਵਾਂ ਵੀ ਮਰ ਗਈਆਂ ਜੋ ਉਸਨੇ ਅਜੇ ਲਿਖਣੀਆਂ ਸਨ। ਵਿਦਿਆਰਥੀਓ, ਬਹੁਤ ਖੁਸ਼ ਹੁੰਦਾ ਜਿਹੜਾ ਬੰਦਾ ਸੋਚਦਾ ਵੀ ਅਜੇ ਮੈਂ ਲਿਖਣਾ ਹੈ। ਉਹ ਕਹਿੰਦਾ ਮਰ ਗਈਆਂ ਕਵਿਤਾਵਾਂ ਉਹਦੇ ਨਾਲ ਹੀ ਚਲੀਆਂ ਗਈਆਂ ਜਿਹੜੀਆਂ ਉਹਨੇ ਲਿਖਣੀਆਂ ਸੀ, ਪੰਜਾਬੀ ਸਾਹਿਤ ਨੂੰ ਦੇਣੀਆਂ ਸੀ। ਅਣਿਆਈ ਮੌਤ ਮਰੇ ਕਵੀਆਂ ਨਾਲ, ਕਿੰਨੀਆਂ ਅਣਲਿਖੀਆਂ ਕਵਿਤਾਵਾਂ ਮਰ ਜਾਂਦੀਆਂ ਹਨ। ਇੱਥੇ ਆ ਕੇ ਚੈਪਟਰ ਖਤਮ ਹੋ ਜਾਂਦਾ ਹੈ, ਇਹ ਕਾਂਡ ਖਤਮ ਹੋ ਜਾਂਦਾ ਹੈ। ਸੋ ਵਿਦਿਆਰਥੀਓ, ਕਵੀ ਦੀ ਜਿਹੜੀ ਗੱਲ ਕੀ ਆਖਰੀ ਮਿਲਦੀ ਸੀ, ਜਿਹੜੀ ਜਲੰਧਰ ਕਹਿੰਦਾ ਉਹਨੂੰ ਮੈਂ ਮਿਲਿਆ ਸੀ, ਉਦੋਂ ਉਖੜਿਆ ਲੱਗਿਆ ਸੀ ਮੈਨੂੰ, ਵਾਕਈ ਉਖੜਿਆ ਸੀਗਾ। ਤੇ ਉੱਥੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਸੀ ਉਹਨਾਂ ਨੇ। ਉਦੋਂ ਬਾਅਦ ਇੱਕ ਵਾਅਦਾ ਕੀਤਾ ਸੀ ਕਿ ਫਰੀਦਕੋਟ ਮੇਲੇ 'ਚ ਮਿਲਾਂਗੇ। ਫਰੀਦਕੋਟ ਬਾਬਾ ਫਰੀਦ ਦੀ ਯਾਦ ਦੇ ਵਿੱਚ ਮੇਲਾ ਲੱਗਦਾ, ਉੱਥੇ ਮਿਲਾਂਗੇ। ਪਰ ਉੱਥੇ ਕਿਉਂਕਿ ਨਹੀਂ ਆਇਆ ਉਹ ਬੰਦਾ, ਉਸ ਤੋਂ ਇੱਕ ਦਿਨ ਪਹਿਲਾਂ ਕਾਂਜਲੀ ਝੀਲ ਦੇ ਵਿੱਚ ਉਹ ਬੰਦਾ ਡੁੱਬ ਕੇ ਮਰ ਗਿਆ ਸੀ, ਡੈਥ ਹੋ ਗਈ ਸੀ ਉਹਦੀ। ਉੱਥੇ ਕਿਤੇ ਆਤਮ ਹੱਤਿਆ ਕੀਤੀ ਸੀ ਜਾਂ ਉਹ ਪੈਰ ਤਿਲਕਾ, ਜੋ ਵੀ ਸੀਗਾ ਉਹਦੇ ਬਾਰੇ, ਕਿਉਂਕਿ ਆਪਾਂ ਇਹਦੇ ਵਿੱਚ ਸਪਸ਼ਟ ਨਹੀਂ ਕੀਤਾ ਹੋਇਆ। ਸੋ ਉੱਥੇ ਉਹਦੀ ਡੈਥ ਹੋ ਗਈ ਸੀ, ਮੌਤ ਹੋ ਗਈ ਸੀ ਕਾਂਜਲੀ ਝੀਲ ਦੇ ਵਿੱਚ। ਸੋ ਵਿਦਿਆਰਥੀਓ, ਇਸ ਤਰ੍ਹਾਂ ਦੇ ਨਾਲ ਕਵੀ ਨੇ ਇੱਕ ਕਵੀ ਦੀ ਅੰਤਮ ਜਿਹੜੇ ਟਾਈਮ ਸੀਗਾ ਉਹਦੀ ਗੱਲ ਕੀਤੀ ਹੈ, ਅੰਤਮ ਮਿਲਣੀ ਦੀ ਗੱਲ ਕੀਤੀ ਹੈ। ਮਿੱਸੇ ਦੇ ਨਾਲ ਜਿਹੜੀ ਅੰਤਮ ਦਿਨ ਸੀਗੇ ਗੁਜ਼ਾਰੇ ਸੀ, ਤੇ ਉਹਦੇ ਨਾਲ ਜ਼ਿੰਦਗੀ ਦੇ ਵਿੱਚ ਗੁਜ਼ਾਰੇ ਹੋਏ ਪਲਾਂ ਦੀ ਗੱਲ ਕੀਤੀ ਹੈ। ਉਹਦੇ ਦੁਆਰਾ ਲਿਖੀਆਂ ਗਈਆਂ ਕਵਿਤਾਵਾਂ ਦੀ ਗੱਲ ਕੀਤੀ ਹੈ, ਉਹਨਾਂ ਕਵਿਤਾਵਾਂ ਦੇ ਵਿਸ਼ਿਆਂ ਦੀ ਗੱਲ ਕੀਤੀ ਹੈ, ਔਰ ਇੱਕ ਮਹਾਨ ਕਵੀ ਦਾ ਜ਼ਿਕਰ ਇਸ ਕਾਂਡ ਦੇ ਵਿੱਚ ਸਾਡੇ
ਲੇਖਕ ਨੇ ਕੀਤਾ ਹੈ, ਸੁਰਜੀਤ ਪਾਤਰ ਨੇ ਕੀਤਾ ਹੈ, ਸੂਰਜ ਮੰਦਰ ਦੀਆਂ ਪੌੜੀਆਂ ਦੇ ਵਿੱਚ ਇਹ ਅਗਲਾ ਚੈਪਟਰ ਸੀ। ਆਉਣ ਵਾਲੇ ਦਿਨਾਂ ਦੇ ਵਿੱਚ ਵਿਦਿਆਰਥੀਓ ਆਪਾਂ ਅਗਲੇ ਚੈਪਟਰਾਂ ਦੀ ਗੱਲ ਕਰਾਂਗੇ, ਅਗਲੇ ਕਾਂਡਾਂ ਦੀ ਗੱਲ ਕਰਾਂਗੇ ਤੇ ਸਿਲੇਬਸ ਦੇ ਬਾਰੇ ਆਪਾਂ ਹੋਰ ਚਰਚਾ ਕਰਾਂਗੇ। ਜਿਹੜੇ ਇਸ ਪਾਠ ਪੁਸਤਕ ਤੋਂ ਇਲਾਵਾ ਵੀ ਸਿਲੇਬਸ ਦੇ ਵਿੱਚ ਕਾਫੀ ਕੁਝ ਹੋ ਰਹੇਗਾ, ਉਹਦੇ ਬਾਰੇ ਵੀ ਆਪਾਂ ਆਉਣ ਵਾਲੇ ਲੈਕਚਰਾਂ ਦੇ ਵਿੱਚ ਗੱਲ ਕਰਾਂਗੇ। ਅੱਜ ਦਾ ਲੈਕਚਰ ਆਪਾਂ ਇੱਥੇ ਹੀ ਖਤਮ ਕਰਨ ਜਾ ਰਹੇ ਹਾਂ।